सुन उपदेश सुन उपदेश सुन उपदेश सुन उपदेश पूरे गुर का सुन उपदेश पूरे गुर का सुन उपदेश। सतनाम वाहिगुरु साहिब जियो। तनासरी भगत रविदास जी की एक ओंकार सत गुर प्रसाद। हम सर दीन दयाल न तुम सर अब पतियार क्या कीजै। बचने तोर मोर मन मानै जन को पूर्ण दीजै। हाँ बल बल जाऊं रमैया कारने कारण कवन अबोल रहाओ। बहुत जन्म बिसरे थे माधो एह जन्म तुम्हारे लेखे। कह रविदास आस लग जीवो चिर भयो दर्शन देखे। बहुत जन्म बिसरे थे माधो एह जन्म तुम्हारे लिखे। कह रविदास आस लग जीवो चिर भयो दर्शन देखे। वाहिगुरु जी का खालसा वाहिगुरु जी की फतेह। परम सन्मानयोग जुग जुग अटल चवर छत्र तखत दे मालिक गुरगद्दी ते विराजमान वालिए कुल आलम सरवरे कायनात दीन दुनिया दे मालिक धन धन साहिब श्री गुरु ग्रंथ साहिब जी महाराज तिन्हां दी अपार बख्शिश मेहरामत हुई है कि दाते ने अज पावन सचखंड धन धन साहिब श्री गुरु ग्रंथ साहिब महाराज किरपा कीती। धन धन साहिब श्री गुरु ग्रंथ साहिब महाराज ने जिन्हां ने अज दा पावन हुक्म सानू श्री दरबार साहिब तो प्राप्त होया है। अज दे हुक्म दे विच दाते ने सानू की करन लई कहा है तां अज दे हुक्म दे विच तां भगत रविदास जी सानू की समझाउण दा यतन करवा रहे ने। आओ असी भगत रविदास जी दे इस पावन शब्द दी अज दे हुक्मनामे दे विचार सरवण करिए जी। ਸਰਬਤ ਸੰਗਤਾਂ ਨੂੰ ਬੇਨਤੀ ਹੈ ਮਨ ਬਿਰਤੀਆਂ ਇਕਾਗਰ ਕਰੀ ਤਾਂ ਜੋ ਸਾਡੀ ਰਸਨਾ ਦੇ ਨਾਲ ਸਾਡੀ ਅੱਖਾਂ ਦੇ ਨਾਲ ਸਾਡੇ ਚਿੱਤ ਨੂੰ ਪਰਮਾਤਮਾ ਦੇ ਨਾਲ ਜੋੜਨ ਦਾ ਉਪਰਾਲਾ ਹੋ ਸਕੇ। ਕਰੋ ਕਿਰਪਾ ਹੁਕਮਨਾਮੇ ਦੇ ਵਿਚਾਰ ਸਰਵਣ ਤੋਂ ਕਰਨ ਤੋਂ ਪਹਿਲਾਂ ਗੁਰਫਤਿਹ ਦੀ ਸੰਧ ਪਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮ ਸਾਨੂੰ ਪ੍ਰਾਪਤ ਹੋਇਆ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 694 ਉੱਪਰ ਸੁਭਾਈਮਾਨ ਹੈ। ਔਰ ਅੱਜ ਦਾ ਹੁਕਮਨਾਮਾ ਸਾਨੂੰ ਭਗਤ ਰਵਿਦਾਸ ਜੀ ਦਿੰਦੇ ਨੇ। ਭਗਤ ਰਵਿਦਾਸ ਜੀ ਨੇ ਇਸ ਪਾਵਨ ਹੁਕਮ ਦੇ ਵਿੱਚ ਆਰੰਭ ਦੇ ਵਿੱਚ ਛੋਟਾ ਸਰੂਪ ਮੂਲ ਮੰਤਰ ਦਾ ਆਉਂਦਾ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਦੁਆਰਾ ਉਹ ਸਾਨੂੰ ਪ੍ਰਾਪਤ ਹੁੰਦਾ ਆ। ਗੁਰੂ ਦੀ ਕਿਰਪਾ ਦੁਆਰਾ ਉਹ ਪਰਮਾਤਮਾ ਵਾਹਿਗੁਰੂ ਉਹਦੇ ਗੁਣ ਸਾਡੇ ਹਿਰਦੇ ਦੇ ਵਿੱਚ ਧਾਰਨ ਹੁੰਦੇ ਨੇ। ਭਗਤ ਰਵਿਦਾਸ ਜੀ ਇਸ ਪਾਵਨ ਹੁਕਮ ਦੇ ਵਿੱਚ ਰਹਾਉ ਵਾਲੇ ਮਨ ਦੇ ਵਿੱਚ ਕੀ ਬਚਨ ਸਰਵਣ ਕਰਦੇ ਨੇ। ਆਓ ਅਸੀਂ ਬਚਨ ਸਰਵਣ ਕਰੀਏ ਜੀ। ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ। ਭਗਤ ਰਵਿਦਾਸ ਜੀ ਫਰਮਾਉਂਦੇ ਨੇ कि परमात्मा हे वाहिगुरु मैं तेरे तो कुर्बान जाता हाँ बलहार जाता हाँ वारने जाता हाँ किरपा करी पर मैं तेरे तो कुर्बान बेअंत वरी जाता हाँ। पर अज की हो गया
ਕਿ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਪਿਆ। ਕਾਰਨ ਕਵਣ ਅਬੋਲ, ਕਿ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਪਿਆ। ਇੱਥੇ ਅਬੋਲ ਦਾ ਅਰਥ ਜਦੋਂ ਅਸੀਂ ਬੋਲਦਾ ਨਹੀਂ ਰਵਾਂਗੇ ਨਾ, ਬੋਲਦਾ ਲਵਾਂਗੇ, ਤੇ ਇਨਸਾਨ ਦੇ ਨਾਲ ਗੱਲ ਕਰਦਾ ਕਿ ਤੂੰ ਮੇਰੇ ਨਾਲ ਕੂੰਦਾ ਕਿਉਂ ਨਹੀਂ ਪਿਆ, ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਪਿਆ। ਇੱਥੋਂ ਪਤਾ ਲੱਗਿਆ ਕਿ ਪਰਮਾਤਮਾ ਦੇ ਰੂਪ ਦੇ ਵਿੱਚ ਆ ਕੇ ਗੱਲਾਂ ਪਿਆ ਕਰਨ ਦੇ। ਪਰ ਜਦ ਕਿ ਮੂਲ ਮੰਤਰ ਦੇ ਵਿੱਚ ਅਸੀਂ ਇਹ ਸਰਵਣ ਕੀਤਾ ਔਰ ਕਰਦੇ ਹਾਂ ਕਿ ਪਰਮਾਤਮਾ ਇੱਕ ਹੈ, ਉਸ ਤੋਂ ਸਾਰਾ ਜਗਤ ਬਣਿਆ ਹੈ। ਇੱਕ ਓੰਕਾਰ ਸਤਨਾਮ, ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ, ਇਹ ਪਰਮਾਤਮਾ ਦੇ ਸਾਰੇ ਗੁਣ ਨੇ। ਉਹ ਕਰਤਾ ਵੀ ਹੈ ਤੇ ਪੁਰਖ ਵੀ ਹੈ। ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਉਹ ਨਿਰਵੈਰ ਹੈ, ਇਸੇ ਕਰਕੇ ਉਹ ਨਿਰਵੈਰ ਹੈ ਕਿਉਂਕਿ ਉਹਨੂੰ ਕਿਸੇ ਦਾ ਡਰ ਹੀ ਨਹੀਂ ਹੈ। ਨਿਰਵੈਰ ਅਕਾਲ ਮੂਰਤ, ਉਹ ਸਮੇਂ 'ਚ ਨਹੀਂ ਆਉਂਦਾ। ਮੂਰਤ, ਉਹਦੀ ਕੋਈ ਸ਼ਕਲ ਨਹੀਂ ਹੈ। ਅਜੂਨੀ, ਉਹਨੂੰ ਕਿਸੇ ਦਾ ਵੀ ਜੂਨਾਂ ਦੇ ਵਿੱਚ ਉਹ ਭਟਕਦਾ ਨਹੀਂ ਹੈ। ਉਹਦੇ ਉੱਤੇ ਬਚਪਨ, ਜਵਾਨੀ, ਬੁਢੇਪਾ ਨਹੀਂ ਆਉਂਦਾ। ਸਵੈ ਭੰਗ ਹੈ, ਉਹ ਆਪਣੇ ਆਪ ਤੋਂ ਪ੍ਰਕਾਸ਼ ਲੈਂਦਾ। ਮੈਂ ਆਖਰੀ ਅਰਥ ਕੀਤੇ ਮੂਲ ਮੰਤਰ ਦੇ, ਤਾਂ ਜੋ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਭਗਤ ਰਵਿਦਾਸ ਜੀ ਕੀ ਸਮਝਾਉਣ ਦਾ ਯਤਨ ਕਰਦੇ, ਉਹ ਸਾਡੀ ਗੱਲ ਸਮਝ ਵਿੱਚ ਆ ਜਾਵੇ। ਅਜੂਨੀ, ਸਹਿ ਭੰਗ ਤੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਐਸਾ ਵਾਹਿਗੁਰੂ, ਐਸਾ ਪਰਮਾਤਮਾ ਸਾਨੂੰ ਪ੍ਰਾਪਤ ਹੁੰਦਾ ਆ ਜਿਹਦੇ ਵਿੱਚ ਇਹ ਸਾਰੇ ਗੁਣ ਨੇ। ਇਹੀ ਗੱਲ ਇੱਥੇ ਭਗਤ ਰਵਿਦਾਸ ਜੀ ਦੱਸਦੇ, ਹਉ ਬਲ ਬਲ ਜਾਉ, ਮੈਂ ਤੇਰੇ ਤੋਂ ਬਾਰ-ਬਾਰ ਕੁਰਬਾਨ ਜਾਂਦਾ ਹਾਂ ਵਾਹਿਗੁਰੂ। ਰਮਈਆ ਕਾਰਣੇ, ਹੇ ਸੋਹਣੇ ਵਾਹਿਗੁਰੂ, ਹੇ ਪਰਮਾਤਮਾ ਰਮਈਆ ਕਾਰਣੇ, ਕਿ ਕਿਉਂ ਤੇਰੇ ਉੱਤੋਂ, ਕਾਰਣੇ ਦਾ ਅਰਥ ਇੱਥੇ ਤੇਰੇ ਉੱਤੋਂ। ਕਾਰਨ ਕਵਣ ਅਬੋਲ, ਕਿਸ ਕਾਰਨ ਕਰਕੇ ਤੂੰ ਮੇਰੇ ਹਿਰਦੇ ਦੇ ਵਿੱਚੋਂ ਤੇਰੇ ਗੁਣ ਜਿਹੜੇ ਉਹ ਬਾਹਰ ਕਿਉਂ ਨਹੀਂ ਨਿਕਲ ਰਹੇ, ਕਿ ਮੈਂ ਹਿਰਦੇ ਦੇ ਵਿੱਚੋਂ ਤੈਨੂੰ ਕਿਉਂ ਨਹੀਂ ਬੋਲ ਸਕਦੇ ਆ, ਕਿ ਤੇਰੇ ਪਰਮਾਤਮਾ ਦੇ ਜਿਹੜੇ ਵਾਹਿਗੁਰੂ ਤੇਰੇ ਗੁਣ ਜਿਹੜੇ ਆ ਮੇਰੇ ਹਿਰਦੇ ਵਿੱਚੋਂ ਕਿਉਂ ਨਹੀਂ ਪੈਦਾ ਹੋ ਰਹੇ। ਕਾਰਨ ਕਵਣ ਅਬੋਲ, ਕਿ ਮੈਂ ਤੇਰੇ ਗੁਣਾਂ ਦੀ ਵਿਚਾਰ ਕਿਉਂ ਨਹੀਂ ਕਰ ਸਕਦੇ ਆ, ਮੈਂ ਤੇਰਾ ਸਿਮਰਨ ਕਿਉਂ ਨਹੀਂ ਕਰ ਸਕਿਆ। ਕਾਰਨ ਕਵਣ ਅਬੋਲ, ਕਿ ਮੈਂ ਤੈਨੂੰ ਧਿਆਉਣਾ ਚਾਹੁੰਦਾ ਆ, ਪਰ ਵਾਹਿਗੁਰੂ ਕਿਰਪਾ ਕਰੀ, ਤੂੰ ਕਿਰਪਾ ਕਰ ਕਿ ਮੈਂ ਤੈਨੂੰ ਧਿਆਉਣ ਵੱਲ ਲੱਗ ਜਾਵਾਂ, ਤੇਰੀ ਇਸ ਬੰਦਗੀ ਵੱਲ ਲੱਗ ਜਾਵਾਂ, ਸਿਮਰਨ ਕਰਨ ਲੱਗ ਜਾਵਾਂ। ਕਾਰਨ ਕਵਣ ਅਬੋਲ। ਆਰੰਭ ਵਾਲੀਆਂ ਪੰਕਤੀਆਂ ਦੇ ਵਿੱਚ ਭਗਤ ਰਵਿਦਾਸ ਜੀ ਦੱਸਦੇ ਕਿ ਵਾਹਿਗੁਰੂ ਉਹਦੇ ਅੱਗੇ ਅਰਦਾਸ ਕਰਦੇ ਨੇ, ਹੇ ਪਰਮਾਤਮਾ, ਕਿ ਮੇਰੇ ਵਰਗਾ ਜਿਹੜਾ ਆ ਉਹ ਭਿਖਾਰੀ ਦੁਨੀਆ ਦੇ ਵਿੱਚ ਕੰਗਾਲ ਕੋਈ ਮਨੁੱਖ ਨਹੀਂ ਹੈ। ਉਹ ਅਰਜ਼ੋਈਆਂ ਪਿਆ ਕਰਨ ਦੇ ਨੇ, ਕਹਿੰਦੇ ਕਿ ਤੇਰੇ ਵਰਗਾ ਦਿਆਲੂ ਹੈ ਉਹ ਪਰਮਾਤਮਾ ਦੁਨੀਆ ਦੇ ਵਿੱਚ ਕਿਤੇ ਨਹੀਂ ਹੈਗਾ। ਹੇ ਪਰਮਾਤਮਾ, ਤੇਰੇ ਵਰਗਾ ਕੋਈ ਹੋਰ ਨਹੀਂ। ਅਸੀਂ ਮੂਲ ਮੰਤਰ ਦੇ ਵਿੱਚ ਬਚਨ ਸਰਵਣ ਕੀਤੇ ਕਿ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨੂੰ ਹਿਰਦੇ 'ਚ ਧਾਰਨ ਕਰਨਾ। ਪਰਮਾਤਮਾ ਕਿਆ ਆ, ਮੂਲ ਮੰਤਰ ਦੇ ਵਿੱਚ ਸਾਨੂੰ ਪਰਮਾਤਮਾ ਦੇ ਗੁਣਾਂ ਦਾ ਪਤਾ ਲੱਗਦਾ, ਉਹ ਪਰਮਾਤਮਾ ਕੈਸਾ ਆ। ਪਰ ਇੱਥੇ ਭਗਤ ਰਵਿਦਾਸ ਜੀ ਆਰੰਭ ਵਾਲੀਆਂ ਪੰਕਤੀਆਂ ਵਿੱਚ ਦੱਸਦੇ ਨੇ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਮੇਰੇ ਵਰਗਾ। ਹਮ ਸਰ ਮਤਲਬ ਬਰਾਬਰ, ਮੇਰੇ ਵਰਗਾ ਪਰਮਾਤਮਾ ਦੀਨ ਕੋਈ ਨਹੀਂ ਹੈ। ਕੰਗਾਲ ਮਨੁੱਖ, ਮੂਰਖ ਮਨੁੱਖ, ਇਹੋ ਜਿਹਾ ਮਨੁੱਖ ਦਾਤਿਆ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੈ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਤੇਰੇ ਵਰਗਾ ਦਇਆਵਾਨ, ਤੇਰੇ ਵਰਗਾ ਦਿਆਲੂ ਪਰਮਾਤਮਾ, ਤੁਮ ਸਰ, ਤੇਰੇ ਵਰਗਾ ਪਰਮਾਤਮਾ ਇਸ ਧਰਤੀ ਦੇ ਉੱਤੇ ਕੋਈ ਹੋਰ ਨਹੀਂ ਹੈਗਾ। ਮੇਰੇ ਵਰਗਾ ਕੋਈ ਕੰਗਾਲ ਨਹੀਂ ਹੈ ਤੇ ਤੇਰੇ ਵਰਗਾ ਦਇਆਵਾਨ ਪਰਮਾਤਮਾ ਕੋਈ ਨਹੀਂ ਹੈ। ਦਇਆਲ ਨਾ ਤੁਮ ਸਰ, ਤੇਰੇ ਵਰਗਾ ਕੋਈ ਨਹੀਂ ਹੈ। ਅਬ ਪਤਿਆਰ ਕਿਆ ਕੀਜੇ, ਮੈਂ ਇਹੋ ਜਿਹੀਆਂ ਵਿਚਾਰਾਂ, ਪਤਿਆਰ ਦਾ ਮਤਲਬ ਵਿਚਾਰਾਂ, ਜਾਂ ਉਸ ਪਰਮਾਤਮਾ ਦੀ ਅਜਮਾਇਸ਼ ਕਰਨੀ। ਪਰਮਾਤਮਾ ਮੈਂ ਹੋਰ ਐਸੀਆਂ ਗੱਲਾਂ ਕੀ ਕਰਾਂ, ਕਿਉਂਕਿ ਮੇਰੇ ਵਰਗਾ ਕੰਗਾਲ ਨਹੀਂ ਹੈ, ਤੇਰੇ ਵਰਗਾ ਦਿਆਲੂ ਨਹੀਂ ਹੈ, ਇਸ ਕਰਕੇ ਹੋਰ ਮੈਂ ਗੱਲਾਂ ਕਰਨ ਦੀ ਮੈਨੂੰ ਲੋੜ ਨਹੀਂ ਹੈ। ਕਿ ਪਰਮਾਤਮਾ ਕਿਰਪਾ ਕਰੀ, ਬਚਨੀ ਤੋਰ ਮੋਰ ਮਨ ਮਾਨੇ, ਕਿ ਸੱਚੇ ਪਾਤਸ਼ਾਹ ਐਸੀ ਕਿਰਪਾ ਕਰ ਕਿ ਜਿਹੜਾ ਮੇਰਾ ਮਨ ਹੈ ਉਹ ਤੇਰੀਆਂ ਗੱਲਾਂ ਕਰਨ ਨੂੰ ਲੱਗ ਜਾਵੇ। ਬਚਨੀ ਤੋਰ ਮੋਰ ਮਨ ਮਾਨੇ, ਮੇਰਾ ਮਨ ਮੰਨ ਜਾਵੇ ਤੇਰੀਆਂ ਗੱਲਾਂ ਕਰਨ ਨੂੰ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੇਜੇ। ਇਹ ਭਰੋਸਾ ਵਾਹਿਗੁਰੂ ਤੂੰ ਦੇਣਾ ਮੈਨੂੰ। ਇਹ ਪ੍ਰਮਾਤਮਾ ਮੇਰੇ ਹਿਰਦੇ 'ਚ ਇਹ ਦ੍ਰਿੜ ਕਰਵਾ ਦੇ ਕਿ ਮੇਰਾ ਮਨ ਜਿਹੜਾ ਹੈ ਉਹ ਤੇਰੀਆਂ ਗੱਲਾਂ ਨੂੰ ਹੀ ਜੁੜ ਜਾਵੇ। ਸੱਚੇ ਪਾਤਸ਼ਾਹ ਕਿਰਪਾ ਕਰਨ। ਐਸੀ ਸਾਡੀ ਬਿਰਤੀ ਨਹੀਂ ਅਜੇ ਬਣੀ ਜੈਸੀ ਭਗਤ ਰਵਿਦਾਸ ਜੀ ਦੀ ਬਣੀ ਹੈ, ਕਿਉਂਕਿ ਭਗਤ ਰਵਿਦਾਸ ਜੀ ਇੱਥੇ ਪਿਆਰ ਦੇ ਵਿੱਚ ਭਿੱਜੇ ਹੋਏ ਨੇ। ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਨਾਲ ਗੱਲਾਂ ਪੈ ਕਰਦੇ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਐਸੀ ਬਿਰਤੀ ਬਣਾ ਦੇ ਮੇਰੀ ਕਿ ਮੇਰੀ ਬਿਰਤੀ ਦੇ ਵਿੱਚ ਤੂੰ ਵਸਿਆ ਹੋਵੇ। ਮੇਰੀ ਬਿਰਤੀ ਦੇ ਵਿੱਚ ਦਾਤਿਆ ਤੇਰੀਆਂ ਗੱਲਾਂ ਵਸ ਜਾਣ, ਕਿ ਮੈਂ ਕੋਈ ਵੀ ਕਾਰਜ ਕਰਾਂ ਮੈਨੂੰ ਤੂੰ ਦੇਖੇ। ਤੇ ਸੱਚੇ ਪਾਤਸ਼ਾਹ ਕਿਰਪਾ ਕਰਨ। ਬਾਣੀ ਦੇ ਵਿੱਚ ਦਾਤੇ ਨੇ ਸਾਨੂੰ ਸਮਝਾਇਆ, ਪਾਤਸ਼ਾਹ ਕਹਿੰਦੇ ਨੇ ਬਾਣੀ ਦੇ ਵਿੱਚ ਕਿ ਜਦੋਂ ਪਰਮਾਤਮਾ ਦੇ ਨਾਲ ਸਾਡਾ ਏਕਾ ਹੋ ਜਾਂਦਾ ਹੈ, ਇੱਕ ਮਿਕਤਾ ਹੋ ਜਾਂਦੀ ਹੈ,
ਤੇ ਫਿਰ ਕਿਤੇ ਹੈ ਉਸ ਇਨਸਾਨ ਦੇ ਵਿੱਚੋਂ ਤਤ ਦੇਖੂੰ ਤਤ ਤੋਂ, ਕਿ ਫਿਰ ਹਿਰਦੇ ਦੇ ਵਿੱਚੋਂ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਇਨਸਾਨ ਨੂੰ ਦੇਖਣ ਦੇ ਨਾਲ ਉਹ ਵਾਹਿਗੁਰੂ ਚੇਤੇ ਆ ਜਾਂਦਾ ਹੈ। ਇਸੇ ਕਰਕੇ ਤੇ ਅਸੀਂ ਬਚਨ ਰੋਜ਼ਾਨਾ ਅਰਦਾਸ ਵਿੱਚ ਇਹ ਮੰਗ ਵੀ ਮੰਗਦੇ ਹਾਂ, ਬਚਨ ਪੜ੍ਹਦੇ ਹਾਂ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆ ਜਾਵੇ। ਸੱਚੇ ਪਾਤਸ਼ਾਹ ਜੀ ਨੂੰ ਵੇਖਣ ਦੇ ਨਾਲ ਹੀ ਤੇਰਾ ਨਾਮ ਚਿੱਤ ਆ ਜਾਵੇ। ਤੇ ਇਹੀ ਗੱਲਾਂ ਭਗਤ ਰਵਿਦਾਸ ਜੀ ਕਰ ਰਹੇ ਨੇ ਕਿ ਮੈਂ ਤੇਰੀ ਬਿਰਤੀ ਦੇ ਵਿੱਚ ਪਰਮਾਤਮਾ ਤੂੰ ਵਸ ਜਾਵੇਂ, ਮੈਨੂੰ ਐਸੀ ਕਿਰਪਾ ਕਰ ਦੇ ਮੇਰੇ ਦੇ ਉੱਤੇ ਕਿ ਜਿਹੜਾ ਤੇਰਾ ਇਹ ਦਾਸ ਹੈ ਨਾ, ਤੇਰੀ ਬੰਦਗੀ ਵੱਲ, ਤੇਰੇ ਨਾਮ ਵੱਲ, ਤੇਰੀਆਂ ਗੱਲਾਂ ਦੇ ਨਾਲ ਜੁੜ ਜਾਵੇ, ਮੇਰਾ ਮਨ ਤੈਨੂੰ ਧਿਆਉਣਾ ਸ਼ੁਰੂ ਕਰ ਦੇਵੇ। ਬਚਨੀ ਤੋਰ ਮੋਰ ਮਨ ਮਾਨੇ, ਮੇਰਾ ਮਨ ਮੰਨ ਜਾਵੇ ਕਿ ਮੈਂ ਤੇਰੀ ਬੰਦਗੀ ਕਰਨ ਲਈ ਸ਼ੁਰੂ ਕਰ ਦੇਵਾਂ। ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੇਜੇ, ਇਹ ਭਰੋਸਾ ਦਤਿਆ ਮੈਨੂੰ ਤੂੰ ਦੇਣਾ ਆ, ਕਿਰਪਾ ਕਰਨੀ। ਹਾਉ ਬਲ ਬਲ ਜਾਉ ਰਮਈਆ ਕਾਰਣੇ, ਦਾਤਿਆ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਹੇ ਸੋਹਣੇ ਵਾਹਿਗੁਰੂ ਪਰਮਾਤਮਾ, ਕਾਰਨ ਕਵਨ ਅਬੋਲ, ਤੂੰ ਮੇਰੇ ਨਾਲ ਕਿਉਂ ਨਹੀਂ ਬੋਲਦਾ ਪਿਆ। ਅਸੀਂ ਪਹਿਲਾਂ ਇਸ ਰਹਾਉ ਦੇ ਅਰਥ ਕਰ ਚੁੱਕੇ ਹਾਂ। ਅਗਲੀ ਪੰਕਤੀਆਂ ਦੇ ਵਿੱਚ ਦਾਤਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਦਾ ਜੋ ਹੁਕਮ ਅਸੀਂ ਸਰਵਣ ਕਰਦੇ ਪਏ ਨਾ, ਭਗਤ ਰਵਿਦਾਸ ਜੀ ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਕਿ ਮੈਂ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਵਿਛੜਿਆ ਹੋਇਆ। ਔਰ ਸੱਚ ਜਾਣਿਓ, ਵਿਛੋੜਾ ਜਿਸ ਇਨਸਾਨ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਨਾ, ਉਹੀ ਰੱਬ ਦੇ ਨਾਲ ਜੁੜ ਸਕਦਾ ਹੈ। ਜਿਹਨੂੰ ਪਤਾ ਨਹੀਂ ਹੈ ਵਿਛੋੜਾ ਕੀ ਹੈ, ਉਹ ਕਦੀ ਵੀ ਰੱਬ ਦੀ ਬਾਣੀ ਨਹੀਂ ਪੜ੍ਹ ਸਕਦਾ। ਆਮ ਦੁਨੀਆ ਦੇ ਵਿੱਚ ਵੇਖਿਆ ਜਾਏ ਨਾ, ਮਾਂ ਤੇ ਪੁੱਤ ਦਾ ਵਿਛੋੜਾ ਪੈ ਜਾਵੇ ਨਾ, ਤੇ ਮਾਂ ਨੂੰ ਇਸ ਗੱਲ ਦਾ ਜੇ ਬੋਧ ਆ, ਜੇ ਗਿਆਨ ਹੈ ਕਿ ਪੁੱਤ ਮੇਰਾ ਬੜੀ ਦੂਰ ਪਹੁੰਚਿਆ ਆ, ਤੇ ਮਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਉਹ ਆਪਣੇ ਪੁੱਤ ਨੂੰ ਯਾਦ ਕਰ। ਉਹ ਆਪਣੇ ਆਪ ਹੀ ਹਿਰਦੇ ਦੇ ਵਿੱਚ ਆਪਣੇ ਪੁੱਤ ਨੂੰ ਵਸਾਉਂਦੀ ਹੈ। ਉਹ ਆਪਣੇ ਆਪ ਉਹਨੂੰ ਯਾਦ ਕਰਦੀ ਹੈ ਕਿ ਮੇਰਾ ਪੁੱਤ ਹੁਣ ਕੀ ਕਰਦਾ ਹੋਏਗਾ, ਹੁਣ ਕੀ ਕਰਦਾ ਪਿਆ ਹੋਏਗਾ, ਉਹਨੇ ਰੋਟੀ ਖਾਧੀ ਕਿ ਨਹੀਂ ਖਾਧੀ। ਇਹ ਮਾਂ ਦੇ ਅੰਦਰ ਦਾ ਦਰਦ ਹੈ। ਪਤਾ ਹੈ ਕਿ ਮਾਂ ਦੇ ਨਾਲੋਂ ਵਿਛੋੜਾ ਪਿਆ ਹੈ, ਪਰ ਅੱਜ ਸਾਨੂੰ ਕਿਸੇ ਦੇ ਵਿਛੋੜੇ ਦਾ ਅਹਿਸਾਸ ਨਹੀਂ ਹੈ। ਤਾਂ ਹੀ ਤੇ ਹਿਰਦੇ ਦੇ ਅੰਦਰ ਪੀੜਾ ਨਹੀਂ ਹੈ, ਦਰਦ ਨਹੀਂ ਹੈ। ਜਿਸ ਦਿਨ ਇਸ ਗੱਲ ਦਾ ਗਿਆਨ ਹੋ ਗਿਆ ਕਿ ਵਾਹਿਗੁਰੂ ਪਰਮਾਤਮਾ ਜਿਹੜਾ ਮੇਰੇ ਕੋਲੋਂ ਵਿਛੜਿਆ ਹੋਇਆ ਹੈ, ਤੇ ਸੱਚ ਜਾਣਿਓ ਉਸ ਦਿਨ ਫਿਰ ਇਨਸਾਨ ਰੱਬ ਦੀ ਬੰਦਗੀ ਵੱਲ ਆਪਣੇ ਆਪ ਜੁੜ ਜਾਏਗਾ। ਤੇ ਦਾਤੇ ਦੇ ਬਾਣੀ ਦੇ ਬੋਲ ਸਿੱਖ ਨੂੰ ਕਹਿਣ ਦੀ ਲੋੜ ਨਹੀਂ ਪੈਗੀ ਕਿ ਤੂੰ ਅੰਮ੍ਰਿਤ ਵੇਲੇ ਉੱਠ, ਫਿਰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਆਪਣੇ ਆਪ ਉਹ ਫਿਰ ਬਾਣੀ ਪੜ੍ਹਨ ਦੇ ਵੱਲ ਲੱਗ ਜਾਵੇਗਾ। ਪਰ ਗੁਰੂ ਕਿਰਪਾ ਕਰਨ, ਅਜੇ ਇਸ ਗੱਲ ਦਾ ਬੋਧ ਨਹੀਂ ਹੈ, ਅਜੇ ਇਸ ਗੱਲ ਦਾ ਗਿਆਨ ਨਹੀਂ ਹੈ ਜਿਹੜੀ ਗੱਲ ਭਗਤ ਰਵਿਦਾਸ ਜੀ ਕਰ ਰਹੇ ਨੇ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਿ ਦਾਤਿਆ ਮੇਰੇ ਪਤਾ ਨਹੀਂ ਕਿੰਨੇ ਕੁ ਜਨਮ ਤੇਰੇ ਤੋਂ ਵਿਛੜੇ ਹੋ ਕੇ ਨਿਕਲ ਚੁੱਕੇ ਨੇ। ਪਤਾ ਨਹੀਂ ਕਿਹੜੇ ਕਿਹੜੇ ਜਨਮ ਦੇ ਵਿੱਚ ਮੈਂ ਤੈਨੂੰ ਵਿਛੋੜਾ ਪਾ ਕੇ ਪਰ ਇਸ ਜਨਮ ਦੇ ਵਿੱਚ ਆਇਆ, ਪਰ ਇਹ ਦਾਤਿਆ ਤੇਰੇ ਲੇਖੇ ਵਿੱਚ ਲਾ ਦਿੱਤਾ। ਲੇਖੇ ਵਿੱਚ ਲਾਉਣਾ ਕਿ ਜਿਵੇਂ ਕਿਸੇ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਭਲਿਆ ਲੋਕਾਂ ਕਿ ਇਹ ਮਕਾਨ ਤੂੰ ਬਣਾਉਣਾ ਹੈ, ਤੇ ਇਹ ਮਕਾਨ ਦਾ ਠੇਕਾ ਤੇ ਇਹ ਮਕਾਨ ਦਾ ਲੇਖਾ ਜੋਖਾ ਹੁਣ ਤੈਨੂੰ ਦੇ ਦਿੱਤਾ ਹੈ। ਜਿੰਨਾ ਚਿਰ ਇਹ ਸੰਪੂਰਨ ਨਹੀਂ ਹੁੰਦਾ, ਇਹਦਾ ਸਾਰਾ ਕਾਰਜ ਤੂੰ ਕਰਨਾ ਹੈ। ਇਸੇ ਤਰ੍ਹਾਂ ਅਸੀਂ ਇਸ ਦੇਹੀ ਦਾ ਪਰਮਾਤਮਾ ਨੂੰ ਕਹਿਣਾ ਦਾਤਿਆ ਤੇਰੇ ਠੇਕੇ ਤੇ ਦੇ ਦਿੱਤੀ ਹੋ, ਤੈਨੂੰ ਵੇਚ ਦਿੱਤੀ ਹੋ। ਤੇ ਇਹ ਇਨਸਾਨ ਉਸ ਦਿਨ ਕਹੇਗਾ ਜਿਸ ਦਿਨ ਹਿਰਦੇ ਵਿੱਚੋਂ ਇਹ ਹੋਏਗੀ, ਇਹ ਪੰਕਤੀਆਂ ਉਪਣਗੀਆਂ, ਇਹ ਆਪਣੇ ਆਪ ਮੁਖਾਰਬਿੰਦ ਤੋਂ ਨਿਕਲ ਗਈਆਂ। ਅਬ ਹਮ ਚਲੀ ਠਾਕੁਰ ਪਿਆਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇ। ਪਰ ਇਹ ਬਿਰਤੀ ਕਦੋਂ ਬਣੇਗੀ, ਇਹ ਅਹਿਸਾਸ ਕਦੋਂ ਹੋਏਗਾ, ਜਦੋਂ ਵਿਛੋੜੇ ਦਾ ਪਤਾ ਲੱਗੇਗਾ। ਭਗਤ ਰਵਿਦਾਸ ਜੀ ਸਾਨੂੰ ਦੱਸ ਰਹੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਕਿ ਪਤਾ ਨਹੀਂ ਕਿਹੜੇ ਜਨਮਾਂ ਦੇ ਵਿੱਚੋਂ ਵਿਛੜ ਕੇ ਇਸ ਜਨਮ ਚ ਆਏ ਆ, ਪਰ ਇਹ ਜਨਮ ਦਾਤਿਆ ਤੈਨੂੰ ਦੇ ਦਿੱਤਾ। ਇਹ ਜਨਮ ਤੁਮਾਰੇ ਲੇਖੇ, ਕਿ ਦਾਤਿਆ ਤੇਰੇ ਲੇਖੇ ਵਿੱਚ ਲਾ ਦਿੱਤਾ ਹੈ। ਤੇ ਜਿੰਨਾ ਚਿਰ ਇਹ ਕਾਰਜ ਪੂਰਾ ਨਹੀਂ ਹੁੰਦਾ ਦਾਤਿਆ ਤੈਨੂੰ ਮਿਲਣ ਦਾ, ਉਹਨਾਂ ਚਿਰ ਕਿਰਪਾ ਕਰੀ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ। ਕਿਰਪਾ ਕਰੀ ਜਦੋਂ ਰੱਬ ਦੇ ਨਾਲ ਅਸੀਂ ਜੁੜ ਜਾਈਏ, ਤੇ ਜਿਸ ਦਿਨ ਹਿਰਦੇ ਚੋਂ ਪਰਮਾਤਮਾ ਦੀ ਬਾਣੀ ਨਾ ਨਿਕਲੇ, ਫਿਰ ਆਪਣੇ ਆਪ ਅੰਦਰੋਂ ਬੋਲ ਨਿਕਲਦੇ ਦਾਤਿਆ ਕਾਰਨ ਕਵਣ ਅਬੋਲ। ਅੱਜ ਕੀ ਹੋ ਗਿਆ ਦਾਤਿਆ, ਅੱਜ ਤੂੰ ਅੰਦਰੋਂ ਬੋਲਦਾ ਕਿਉਂ ਨਹੀਂ ਪਿਆ। ਪਰ ਜਿਸ ਦਿਨ ਵਿਛੋੜਾ ਪਤਾ ਲੱਗੇਗਾ ਨਾ, ਉਸ ਦਿਨ ਇਸ ਗੱਲ ਦਾ ਪਤਾ ਲੱਗੇ ਕਿ ਅੱਜ ਵਿਛੜ ਗਿਆ ਹੈ। ਤੇ ਵਿਛੜਨਾ ਕੀ ਹੈ, ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ, ਜਿਨ੍ਹਾਂ ਨੂੰ ਵਿਛੋੜੇ ਦਾ ਅਹਿਸਾਸ ਹੋਵੇ ਉਹਨਾਂ ਨੂੰ ਪਤਾ ਹੁੰਦਾ ਕਿ ਆਤਮਿਕ ਤੌਰ ਤੇ ਮਰਨਾ ਕੀ ਹੁੰਦਾ ਹੈ। ਵਿਛੋੜਾ ਮਰਨਾ ਕੋਈ ਦੂਰ ਦੀ ਗੱਲ ਨਹੀਂ। ਅਸੀਂ ਬਾਣੀ ਦੇ ਵਿੱਚ ਬੋਲ ਪੜ੍ਹਦੇ ਨਾ, ਆਖਾਂ ਜੀਵਾਂ ਵਿਸਰੇ ਮਰ ਜਾਉ, ਕਿ ਆਖਦਾ ਆ ਪਾਸ਼ਾ ਮੈਂ ਜਿੰਦਾ ਆ,
जे विछड़ जाता है तो मैं मर जाना। एक दुनिया का मरना है, एक धर्म का मरना है, आत्मिक तौर पर मरना है। तो जिस दिन इस गल का पता लग जाए, मैंने दातिया मैं तेरा सिमरन करदा आ, बाणी पढ़दा आ, तेरे गुणों की विचार करदा, मैं आत्मिक तौर पर जींदा आ, पर जिस दिन ये गल्लां नहीं होंदियां तो मैं मर जांदा आ। भगत रविदास जी कहंदे ने कारण कवन अबोल, ये उन्हां दी अपनी भाषा आ, अपने बोलण दा प्रगटावा है परमात्मा दे अगे कि अज मैं क्यों नहीं बोलदा पिया दातिया, मेरे अंदर हिरदे च तू क्यों नहीं बोलदा। कारण कवन अबोल, पर किरपा करी दातिया जे ये जन्म दिता है तो तेरे लेखे विच लग जावे। सच जानियो किसी इंसान ने ऐस मनुखा देह नूं देख के बड़ा सोहना लिखिया, कहंदा कि मनुखा देही बहुत सोहनी है, कहंदा कुर्बान जांदा उस परमात्मा दे बनाई हुई देही। पर कहण लगा कहंदा कि जे देही दे विच आके रब दी बाणी नहीं पढ़ी, सिमरन नहीं कीता, चंगे गुणां दी विचार नहीं कीती, अपने जीवन नूं चंगे कर्मां दे लेखे विच नहीं लाया, तो कहंदा कि इंसान सब तो कहंदे गंदा है। गंदगी भी ये सामने कहंदे कुछ नहीं है जे इंसान चंगे काम नहीं करता। कहंदा कुर्बान जांदा, कहंदा वारी वाली हारी जावां, नित ओदी शान तो उसे दियां कुदरतां बनाया तुछ बंदा ए, अड्डो अड्ड हड्डियां दे जोड़ जोड़े जुगत नाल कीती है सफाई, सोहना फेर रंदा ए, बाहरों सोहना पोचिया पोचिया मुनारा सोहना, विच भर दिता माल गंदा ए, बंदा ओदा होके करे बंदगी तां बंदा चंगा, बंद बगैर बंदा गंदगी तो गंदा है, बंदगी बगैर बंदा गंदगी तो गंदा है। जे बंदगी नहीं है, सिमरन नहीं है, चंगे गुणां दी विचार जीवन दे विच नहीं है, तो इंसान दे नालों कोई भी चीज़ गंदी नहीं जाएगी। अज घर दे विच किते किसी इंसान की मौत हो जाए ना, तो 2 घंटे बाद ही घर दे सारे कहने शुरू कर देंगे ने कि बई छेती छेती इनू घरों बाहर कड्डो, घर दे विच बदबू आनी शुरू हो गई है। इंसान जितना मर्जी यतन कर लवे, इंसान दे अंदरों आउंदी हुई बदबू नूं कोई रोक नहीं सकता। पर गुरु किरपा करे असीं जिउंदे जी ही मुरदियां वर्गे कारज करते पे हैं, क्योंकि साडे अंदर पराई निंदिया दवैख चुगली की बदबू आनी शुरू हो जाती है। पर यह दूर कदों होएगी, जदों बाणी दा ज्ञान साडे कोल होएगा, जदों असीं उस परमात्मा की दूरी का एहसास साडे कोल होएगा, जदों विछोड़े का पता लगेगा कि दातिया मैं तो तेरे नालों विछड़िया होया, पर मैं किहड़े कारजां विच पिया होया। जिस दिन ये गल का ज्ञान हो गया ना, सच जाने उस दिन इंसान फिर होर कोई कारज नहीं करेगा, सिर्फ रब नूं ध्याउणा शुरू कर देगा। कारज करन तो भाव असीं ये नहीं ले लेना कि दुनिया के कारज करने, क्योंकि पावन बाणी का शब्द असीं सरवण करते हैं ना, धन साहिब श्री गुरु अर्जन साहिब महाराज पावन बाणी दे बोल असीं जिहड़े रोजाना सरवण करते हैं, दाता कहंदे ने भई प्राप्त मानुख दे हरिया, गोबिंद मिलन की ये तेरी बरिया, अवर काज तेरे किते ना काम, मिल साध संगत भज केवल नाम। कि अवर काज तेरे किते ना काम, हुण असीं जे अखरी अर्थ लवांगे कि तेरे बाकी सारे कारज कीते व्यर्थ ने। अवर काज तेरे किते ना काम, किसे काम नहीं आने, मिल साध संगत भज केवल नाम। कि संगत विच बैठ के वाहिगुरू वाहिगुरू कर, बाकी ये तो बिना कीते गए कारज तेरे निफल ने। पर जे किते सी इहदे भावनात्मक अर्थ पढ़ांगे तो दाता इहदे पिछे की भावना ने दाते दी। दाता कहंदे अवर काज संगत तो बिना गुरु तो बिना जिन्ने भी असीं कारज करते हैं रब नूं पाउण दे लई, चाहे वह जंगलों में जाना, चाहे किते होर किते जाके मत्थे टेकने, दाता कहंदे ये सारे अवर कारज ने। रब नूं पाउण दा इक्को एक तरीका आ, मिल साध संगत भज केवल ना, संगत विच आके जुड़, गुरु को आके मिल, गुरु दी बाणी नूं सुण, गुरु दी बाणी नूं पढ़। इन्हां कन्नां नूं, इन्हां हत्थां नूं, इन्हां पैरां नूं दाते ने समझाया है कि तू किहड़े पासे लगना। आनंद साहिब दी बाणी दे अंदर असीं बोल पढ़दे हैं, कन्नां नूं मुखातब हो के मेरे दाते ने कहा ए श्रवणो मेरेओ साचे सुनने नो पठाए। कादे वास्ते लायो? सच नूं सुनन। ए नेत्रो मेरेओ हर तुम्मे जो धरी, हर बिन अवर ना देखियो कोई। रब नूं वेखण तो बिना इन्हां अखां नूं समझाया कि होर कुछ नहीं देखना। ए रसना, रसना नूं समझाया कि रसना जिहड़ी है ये गंदे गीत ना बोले, माड़ियां चुगलियां गल्लां ना करे, रब दी बाणी पढ़े। पैरां नूं समझ आया, हाथां नूं समझ आया। पर किस दिन इस गल का ज्ञान होएगा? जिस दिन ये गल का एहसास होएगा, जिहड़ा भगत रविदास जी अज सानूं समझा रहे ने कि बहुत जन्म विछड़े थे माधो। दातिया बड़े जन्मां दे विछड़े आ,
ਇਹ ਜਨਮ ਤੁਮਾਰੇ ਲੇਖੇ, ਇਹ ਤੈਨੂੰ ਲੇਖੇ ਵਿੱਚ ਲਾ ਦਿੱਤਾ ਹੈ। ਤੂੰ ਕਿਰਪਾ ਕਰਨੀ ਇਹ ਜਨਮ ਤੇਰੇ ਵਿੱਚ ਲੱਗਣ ਤੋਂ ਬਾਅਦ ਸੱਚੇ ਪਾਤਸ਼ਾਹ ਤੂੰ ਮੈਨੂੰ ਮਿਲ ਜਾਵੇ। ਕਹਿ ਰਵਿਦਾਸ ਆਸ ਲੱਗ ਜੀਵੋ, ਤੇਰੀ ਆਸ ਹੈ ਦਾਤਿਆ, ਬੜੇ ਜਨਮਾਂ ਦੀ ਮੇਰੀ ਆਸ ਹੈ। ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ, ਬੜਾ ਚਿਰ ਹੋਇਆ ਤੇਰੇ ਦਰਸ਼ਨ ਕੀਤਿਆਂ ਨੂੰ, ਕਿ ਤੂੰ ਮੇਰੇ ਹਿਰਦੇ 'ਚ ਪ੍ਰਗਟ ਹੋ ਜਾਵੇ। ਤੇ ਦਰਸ਼ਨ ਉਹਦੇ ਕਿਤਨਾ ਹੋਣੇ ਆ ਕਿ ਜਦੋਂ ਅਸੀਂ ਬਾਣੀ ਨੂੰ ਪੜਾਂਗੇ, ਅਸੀਂ ਪਾਵਨ ਸ਼ਬਦ ਪੜ੍ਹਦੇ ਨਾ, ਸੋ ਕਹੋ ਟਾਲ ਗੁਰ ਸੇਵੀਏ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ। ਹੁਣ ਦਰਸ਼ਨ ਪਰਸੀਏ ਗੁਰੂ ਕੇ, ਗੁਰੂ ਦੇ ਦਰਸ਼ਨ ਕਰਨ ਦੇ ਨਾਲ ਜਨਮ ਤੇ ਮਰਨ ਦਾ ਗੇੜ ਖਤਮ ਹੋ ਗਿਆ। ਪਰ ਅਸੀਂ ਤੇ ਪਤਾ ਨਹੀਂ ਕਿੰਨੀ ਕੁ ਵਾਰੀ ਰੁਮਾਲਾ ਚੁੱਕ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਅੱਜ ਤੱਕ ਤੇ ਸਾਡਾ ਜਨਮ ਮਰਨ ਖਤਮ ਨਹੀਂ ਹੋਇਆ। ਪਰ ਕਹਿਣ ਲੱਗੇ ਕਿ ਇੱਕ ਇਨਸਾਨ ਜਿਹੜਾ दारू ਦਾ ਸੇਵਨ ਕਰਦਾ ਸੀ, ਪਰ ਅੱਜ ਉਹ ਗੁਰੂ ਸਾਹਿਬ ਦੇ ਕੋਲ ਆਇਆ, ਇੱਕ ਪੰਕਤੀ ਦੇ ਉੱਤੇ ਮਨ ਟਿਕ ਗਿਆ ਕਿ ਇਹ ਪਾਵਨ ਤੁਕ ਦੇ ਵਿੱਚ, ਕਿਉਂਕਿ ਗਰੀਬੀ ਹੈ ਘਰੇ, ਤੇ ਪਾਵਨ ਤੁਕ ਤੇ ਮਨ ਅੜ ਗਿਆ ਕਿ ਮੱਤ ਵਿੱਚ ਰਤਨ ਜਵਾਹਰ ਮਾਣਕ। ਗ੍ਰੰਥੀ ਸਾਹਿਬ ਨੂੰ ਪੁੱਛਣ ਲੱਗਾ ਕਿ ਭਲਿਆ ਲੋਕਾ, ਗ੍ਰੰਥੀ ਸਾਹਿਬ ਜੀ ਮੈਨੂੰ ਦੱਸੋ ਕਿ ਇਸ ਤੁਕ ਦੇ ਵਿੱਚ ਦਾਤਾ ਕਹਿੰਦੇ ਮੱਤ ਦੇ ਵਿੱਚ ਰਤਨ ਤੇ ਜਵਾਹਰ ਨੇ। ਤੇ ਗ੍ਰੰਥੀ ਸਾਹਿਬ ਕਹਿਣ ਲੱਗੇ ਕਿ ਬਿਲਕੁਲ ਭਲਿਆ ਲੋਕਾ, ਮੱਤ ਦੇ ਵਿੱਚ ਰਤਨ ਵੀ ਹੈ, ਜਵਾਹਰ ਵੀ ਹੈ ਤੇ ਮਾਣਕ ਵੀ ਹੈ। ਪਰ ਪੂਰੀ ਪੰਕਤੀ ਪੜ੍ਹੇਗਾ ਤੇ ਤੈਨੂੰ ਗੱਲ ਪਤਾ ਲੱਗਣੀ ਹੈ ਕਿ ਜੇ ਇੱਕ ਗੁਰ ਕੀ ਸਿੱਖ ਸੁਣੇ, ਜਦੋਂ ਗੁਰੂ ਦੀ ਇੱਕ ਗੱਲ ਮੰਨੇਗਾ ਨਾ, ਤੇਰੇ ਮੱਤ ਦੇ ਵਿੱਚੋਂ ਰਤਨ ਜਵਾਹਰ ਮਾਣਕ ਨਿਕਲ ਆਉਣਗੇ। ਕਹਿਣ ਲੱਗੇ ਕਿ ਕਿਹੜੀ ਗੱਲ ਮੰਨਣੀ ਹੈ? ਉਹ ਨਸ਼ੇ ਦਾ ਸੇਵਨ ਕਰਨ ਵਾਲਾ ਇਨਸਾਨ ਕਹਿਣ ਲੱਗਾ ਕਿ ਕਿਹੜੀ ਗੱਲ ਮੰਨਣੀ ਹੈ? ਗ੍ਰੰਥੀ ਸਾਹਿਬਾਨ ਕਹਿਣ ਲੱਗੇ, ਕਹਿੰਦੇ ਕਿ ਭਲਿਆ ਲੋਕਾ, ਇਹ ਗੁਰੂ ਦੀ ਮੰਨ ਲਾ ਕਿ ਅੱਜ ਤੋਂ ਬਾਅਦ दारू ਦਾ ਨਹੀਂ ਕਰਨਾ, ਨਸ਼ਾ ਨਹੀਂ ਕਰਨਾ। ਤੇ ਕਹਿਣ ਲੱਗਾ ਕਿ ਨਸ਼ਾ ਛੱਡ ਦਿੱਤਾ, ਜਿਹੜਾ ਖਰਚਾ ਨਸ਼ੇ ਤੇ ਕਰਦਾ ਸੀ ਉਹ ਘਰੇ ਲਿਆਉਣਾ ਸ਼ੁਰੂ ਹੋ ਗਿਆ। ਥੋੜੇ ਚਿਰਾਂ ਬਾਅਦ ਘਰ ਦੇ ਵਿੱਚ ਲਹਿਰਾਂ ਬਹਿਰਾਂ ਲੱਗ ਗਈਆਂ, ਗੁਰੂ ਸਾਹਿਬ ਦੀ ਕਿਰਪਾ ਹੋਈ, ਜੀਵਨ ਵੀ ਨਿਰੋਗ ਹੋ ਗਿਆ, ਗੁਰੂ ਵਾਲੇ ਪਾਸੇ ਲੱਗ ਗਿਆ। ਤੇ ਫਿਰ ਆਪਣੇ ਆਪ ਸਮਝ ਆ ਗਈ ਕਿ ਮੱਤ ਦੇ ਵਿੱਚ ਰਤਨ ਕਿਹੜੇ ਦਾਤੇ ਨੇ ਦਿੱਤੀ ਹੈ, ਜਿਹੜੀ ਸਮਝ ਹੋਣੀ, ਸੁਰਤ ਹੋ ਗਈ। ਅੱਜ ਪਤਾ ਲੱਗ ਗਿਆ, ਗਿਆਨ ਮਿਲ ਗਿਆ ਕਿ ਮੈਂ ਰੱਬ ਦੀ ਬੰਦਗੀ ਵੱਲ ਜੁੜਨਾ, ਇਹ ਸਰੀਰ ਨੂੰ ਮੈਂ ਵਿਗਾੜਦਾ ਪਿਆ ਆ, ਇਹ ਸਰੀਰ ਨੂੰ ਖਰਾਬ ਕਰਦਾ ਪਿਆ। ਦਾਤੇ ਦੇ ਬਾਣੀ ਦੇ ਬੋਲ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਕਿ ਗੁਰੂ ਦੇ ਦਰ ਤੋਂ ਵੀ ਧੱਕੇ ਮਿਲਦੇ ਨੇ। ਪਰ ਇਹੀ ਗੱਲ ਸਾਨੂੰ ਭਗਤ ਰਵਿਦਾਸ ਜੀ ਸਮਝਾ ਰਹੇ ਨੇ ਕਿ ਇਨਸਾਨ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ। ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਇਸ ਗੱਲ ਦਾ ਬੋਧ ਹੈ ਕਿ ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਦਾਤਿਆ ਇਹ ਜਨਮ ਆ, ਇਸ ਜਨਮ ਦੇ ਵਿੱਚ ਮੇਰੀ ਰਸਨਾ ਸਿਰਫ ਤੈਨੂੰ ਗਾਵੇ। ਅੱਜ ਗਾਉਂਦੀ ਨਹੀਂ ਪਈ, ਕਾਰਨ ਕਵਣ ਅਬੋਲ, ਕਿ ਅੱਜ ਕਿਉਂ ਨਹੀਂ ਮੇਰੇ ਅੰਦਰੋਂ ਬੋਲਦਾ ਤੂੰ ਪ੍ਰਮਾਤਮਾ। ਕਿਰਪਾ ਕਰੀ ਹਰ ਪਲ, ਹਰ ਰਸਨਾ, ਹਰ ਟਾਈਮ ਮੈਂ ਤੈਨੂੰ ਧਿਆਵਾਂ, ਮੈਂ ਤੈਨੂੰ ਗਾਵਾਂ। ਸਤਿਗੁਰ ਕਿਰਪਾ ਕਰਨ। ਇਹ ਗੱਲਾਂ ਅਸੀਂ ਕਰਨ ਮਾਤਰ ਨਹੀਂ ਸੀਮਤ ਰੱਖਣੀਆਂ ਕਿ ਦਾਸ ਨੇ ਬੋਲ ਦਿੱਤਾ ਤੇ ਤੁਸਾਂ ਨੇ ਸੁਣ ਲਿਆ ਤੇ ਕਾਰਜ ਪੂਰਾ ਆ ਗਿਆ। ਭਾਈ ਗੁਰਦਾਸ ਜੀ ਬੜਾ ਸੋਹਣਾ ਕਵਿਤ ਲਿਖਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਕਿ ਖੰਡ ਦਾ ਡੱਬਾ ਭਰਿਆ ਹੋਵੇ ਨਾ, ਇਨਸਾਨ ਉਸ ਖੰਡ ਦੇ ਡੱਬੇ ਦੇ ਸਾਹਮਣੇ ਬੈਠ ਜਾਵੇ ਤੇ ਮੂੰਹ ਦੇ ਵਿੱਚ ਖੰਡ ਖੰਡ ਕਹੀ ਜਾਵੇ, ਤਾਂ ਕਹਿੰਦੇ ਕਿ ਖੰਡ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਹ ਮਿੱਠੇ ਦਾ ਸਵਾਦ ਨਹੀਂ ਆ ਜਾਣਾ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਖਾਣ ਖੰਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿਤ ਸੀਤ ਨਾ ਵਿਨਾਸ਼ ਹੈ। ਕਹਿੰਦੇ ਕਿ ਕਿਸੇ ਨੂੰ ਠੰਡ ਲੱਗਦੀ ਹੋਵੇ ਕਿ ਉਹ ਅੱਗ ਅੱਗ ਕਹੀ ਜਾਵੇ, ਕਹਿੰਦੇ ਕਿ ਇਸ ਨਾਲ ਕਹਿਣ ਦੇ ਨਾਲ ਠੰਡ ਦੂਰ ਨਹੀਂ ਹੋ ਜਾਂਦੀ। ਕਹਿੰਦੇ ਅਖੀਰ ਦੇ ਵਿੱਚ ਇਸੇ ਤਰ੍ਹਾਂ ਭਗਤ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਪਾਨ ਉਦਤ ਆਕਾਸ਼ ਹੈ। ਕਹਿੰਦੇ ਕਿ ਇਸੇ ਤਰ੍ਹਾਂ ਗੱਲਾਂ ਕਰਨ ਦੇ ਨਾਲ ਸਾਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਜਿੰਨਾ ਚਿਰ ਅਸੀਂ ਉਸ ਰੱਬ ਦੀ ਬੰਦਗੀ ਵੱਲ ਜਾਂਦੇ ਨਹੀਂ। ਸਤਿਗੁਰ ਕਿਰਪਾ ਕਰਨ। ਅੱਜ ਦੇ ਹੁਕਮ ਦੇ ਵਿੱਚ ਸਾਨੂੰ ਭਗਤ ਰਵਿਦਾਸ ਜੀ ਨੇ ਇਹੀ ਸਮਝਾਇਆ ਹੈ ਕਿ ਆਪਣਾ ਵਿਛੋੜੇ ਦਾ ਅਹਿਸਾਸ ਕਰੋ ਕਿ ਰੱਬ ਸਾਡੇ ਤੋਂ ਵਿਛੜਿਆ ਹੈ। ਦਾਤਾ ਰਹਿਮਤ ਕਰਨ, ਕਿਰਪਾ ਕਰਨ ਕਿ ਅਸੀਂ ਪਾਤਸ਼ਾਹ ਦੀ ਬਾਣੀ ਨੂੰ ਰੋਜ਼ਾਨਾ ਪੜ੍ਹੀਏ, ਰੋਜ਼ਾਨਾ ਗਾਈਏ, ਤਾਂ ਜੋ ਸਾਨੂੰ ਇਸ ਪਾਵਨ ਸ਼ਬਦ ਦੇ ਅਰਥ ਸਮਝ ਆ ਜਾਣ। ਅਖੀਰ ਦੇ ਵਿੱਚ ਇੱਕ ਵਾਰੀ ਸ਼ਬਦ ਸਰਵਣ ਕਰੀਏ ਜੀ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹਾਂ ਬਲ ਬਲ ਜਾਉ ਰਮਈਆ ਕਾਰਣੇ, ਕਾਰਨ ਕਵਨ ਅਬੋਲ ਰਹਾਓ, ਬਹੁਤ ਜਨਮ ਵਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਦੀ ਸੰਗਤ, ਸਾਧ ਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਪਿਆਰ ਵਿੱਚ ਭੇਜ ਕੇ ਇੱਕ ਵਾਰੀ ਅਖੀਰ ਦੇ ਵਿੱਚ ਫਤਿਹ ਬੁਲਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਨੋ
ਉਪਦੇਸ ਸੁਨ ਉਪਦੇਸ ਸੁਨ ਉਪਦੇਸ ਸੁਨ ਉਪਦੇਸ ਹੋਏ ਗੁਰ ਕਾ ਸੁਨਿ ਉਪਦੇਸ